ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਇਸ ਭਾਗ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਉਹਨਾਂ ਨੇ ਨੀਂਦ ਦੇ ਉੱਤੇ ਕਿਵੇਂ ਜਿੱਤ ਪਾਈ, ਕਿਵੇਂ ਉਹਨਾਂ ਨੇ ਨੀਂਦ ਨੂੰ ਜਿੱਤਿਆ। ਜੰਗ ਮਗਿਆਨਾ ਪਾਕਿਸਤਾਨ ਵਿੱਚ 2 ਕੁ ਸਾਲ ਉਹ ਰਹੇ ਅਤੇ ਉੱਥੇ ਬਿਰਾਜਣ ਤੋਂ ਬਾਅਦ ਬਾਬਾ ਜੀ ਨੇ ਇੱਕ ਭੋਰਾ ਵੀ ਇਸ ਜਗ੍ਹਾ 'ਤੇ ਪਟਵਾਇਆ। ਭੋਰਾ ਪੁੱਟਦੇ ਸਮੇਂ ਇੱਕ ਮੋਹਰ ਨਿਕਲੀ। ਬਾਬਾ ਜੀ ਨੇ ਕਿਹਾ, ਦਰਗਾਹੋਂ ਆਈ ਹੈ, ਗੁਰੂ ਸਾਹਿਬ ਦੀ ਸੇਵਾ ਵਿੱਚ ਲਾ ਦਿਓ। ਕਹਿ ਕੇ ਭੋਰਾ ਸਾਹਿਬ ਵਿੱਚ ਚਾਰੇ ਪਾਸੇ ਚਿੱਟੀਆਂ ਚਾਦਰਾਂ ਵਿਛਾ ਦਿੱਤੀਆਂ ਅਤੇ ਮੰਜੀ ਸਾਹਿਬ ਲਗਾ ਦਿੱਤਾ ਅਤੇ ਮੱਖਣ ਸਿੰਘ ਨਾਨਕਸਰੀਏ ਨੂੰ ਲਾਹੌਰ ਭੇਜ ਗੁਰੂ ਸਾਹਿਬ ਦਾ ਸਰੂਪ ਸੰਪੂਰਨ ਗੁਰੂ ਮਰਿਆਦਾ ਅਨੁਸਾਰ ਮੰਗਵਾਇਆ। ਇੱਥੇ ਹੀ ਬਾਬਾ ਜੀ ਨੇ ਪੰਗਤੀ ਪੰਗਤੀ 'ਤੇ ਸੰਪਟ ਲਾ ਕੇ ਪਾਠ ਕੀਤਾ। ਆਪਣਾ ਨਿਤਨੇਮ ਵੱਖ ਕਰਨਾ ਅਤੇ ਸੰਪਟ ਪਾਠ ਵੱਖ ਕਰਨਾ। ਇਤਨੀ ਕਰਨ ਘਾਲਣਾ ਦੇ ਬਾਵਜੂਦ ਵੀ ਭੋਜਨ ਉਹੀ 2 ਤੋਲੇ ਮੂੰਗੀ ਦਾ ਹੀ ਰਿਹਾ। ਗਿੱਲੀ ਲੀਰ ਵਿੱਚ ਮੱਖਣ ਸਿਰ 'ਤੇ ਰੱਖਣਾ ਜਦੋਂ ਆਪਣਾ ਨਿਤਨੇਮ ਕਰਨਾ। ਪੰਗਤੀ ਪੰਗਤੀ 'ਤੇ ਸੰਪਟ ਵਾਲਾ ਪਾਠ ਨਿਰੰਤਰ ਚੱਲੇ ਤਾਂ 28 ਦਿਨਾਂ ਵਿੱਚੋਂ ਭੋਗ ਪੈਂਦੇ ਨੇ। ਪਰ ਬਾਬਾ ਜੀ ਸਹਿਜ ਸੰਪਟ ਪਾਠ ਕਰਿਆ ਕਰਦੇ ਸਨ। ਇਸ ਕਰਕੇ ਇਹਨਾਂ ਇੱਥੇ 1 ਸਾਲ ਦਾ ਸਮਾਂ ਲੱਗਿਆ। ਪੂਰਨਮਾਸ਼ੀ ਨੂੰ ਸ਼੍ਰੀ ਸੰਪਟ ਪਾਠ ਜੀ ਦੇ ਭੋਗ ਪਾਏ ਗਏ। ਬਾਬਾ ਜੀ ਦੀ ਸਿਹਤ ਕਠਨ ਤਪੱਸਿਆ ਕਾਰਨ ਕਾਫੀ ਕਮਜ਼ੋਰ ਹੋ ਗਈ ਸੀ। ਬਚਨ ਬਹੁਤ ਘੱਟ ਕਰਦੇ ਸਨ। ਕੋਈ ਬਚਨ ਕਰਨਾ ਵੀ ਤਾਂ ਬੜੀ ਮੁਸ਼ਕਲ ਨਾਲ ਸਮਝ ਆਉਣਾ। ਆਵਾਜ਼ ਬਹੁਤ ਧੀਮੀ ਹੋ ਗਈ ਸੀ। ਗੁਰੂ ਸਾਹਿਬ ਦਾ ਸਰੂਪ ਲਾਹੌਰ ਗੁਰਦੁਆਰਾ ਸਾਹਿਬ ਵਿਖੇ ਸਤਿਕਾਰ ਸਹਿਤ ਛੱਡ ਕੇ ਆਏ। ਕਈ ਦਿਨ ਆਪ ਉੱਥੇ ਹੀ ਬਿਰਾਜੇ ਰਹੇ। ਕਦੇ ਕਦੇ ਆ ਕੇ ਬਾਗੀ ਆ ਕੇ ਸਵੇਰੇ ਕੀਰਤਨ ਸੁਣਨਾ ਅਤੇ ਫਿਰ ਭਿੜਕੀ ਚਲੇ ਜਾਣਾ। ਇੱਕ ਦਿਨ ਭਾਈ ਲਾਲ ਸਿੰਘ ਅਤੇ ਭਾਈ ਹਿੰਮਤ ਸਿੰਘ ਬੜਾ ਵੈਰਾਗਮਈ ਕੀਰਤਨ ਕਰ ਰਹੇ ਸਨ। ਬਾਬਾ ਜੀ ਕੀਰਤਨ ਸੁਣ ਕੇ ਬੜੀ ਗੰਭੀਰ ਸਥਿਤੀ ਵਿੱਚ ਬੈਠੇ ਰਹੇ। ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ। ਨਾਲੇ ਹੰਝੂ ਡਿੱਗਣ ਅਤੇ ਨਾਲ ਹੀ ਬਾਬਾ ਜੀ ਬੋਲਣ। ਭੋਗ ਪੈਣ ਉਪਰੰਤ ਫੁਰਨਾ ਬਣਿਆ। ਮਨ ਬੜੀ ਤੜਪ ਵਿੱਚ ਸੀ। ਐਤਕੀ ਕੁਝ ਲੈ ਕੇ ਹੀ ਮੁੜਨਾ ਹੈ ਦੀ ਤੀਬਰ ਇੱਛਾ ਨੂੰ ਮਨ ਵਿੱਚ ਲੈ ਕੇ ਆਪਣੇ ਪੁੱਚੋਂ ਵੱਲ ਨੂੰ ਚਾਲੇ ਪਾ ਦਿੱਤੇ। ਜਦੋਂ ਮੈਂ ਕਿਤੇ ਗਿਆ ਰੋਟੀ ਦਾ ਟੁਕੜਾ ਫੜਾ ਕੇ ਮੋੜ ਦਿੱਤਾ। ਹੁਣ ਕੁਝ ਲੈ ਕੇ ਹੀ ਮੁੜਨਾ ਸੋਚਦੇ ਪੁੱਚੋਂ ਚਲੇ ਗਏ। ਪੁੱਚੋਂ ਪਹੁੰਚੇ ਅਤੇ ਬਿਨਾਂ ਕਿਸੇ ਤੋਂ ਪੁੱਛੇ ਸਿੱਧੇ ਟਿੱਲੇ ਉੱਪਰ ਜਾ ਚੜ੍ਹੇ। ਪਹਿਲਾਂ ਜਦੋਂ ਕਦੇ ਵੀ ਜਾਇਆ ਕਰਦੇ ਸਨ ਤਾਂ ਪਹਿਲੇ ਸਤਿਨਾਮ ਦਾ ਆਵਾਜ਼ਾਂ ਦੇਣਾ, ਆਗਿਆ ਮਿਲਣੀ ਅਤੇ ਫਿਰ ਉੱਪਰ ਜਾ ਕੇ ਮੱਥਾ ਟੇਕਣਾ ਅਤੇ ਬੇਨਤੀ ਕਰਨੀ। ਜੋ ਵੀ ਇੱਛਾ ਹੋਣੀ। ਐਤਕੀ ਬੜੇ ਭਾਰੇ ਸ਼ਿਕਵੇ ਨਾਲ ਬਾਬਾ ਜੀ ਪੁੱਚੋ ਵਾਲਿਆਂ ਕੋਲ ਜਾ ਖੜੇ ਹੋਏ। ਬੜੇ ਦ੍ਰਿੜ ਸ਼ਬਦਾਂ ਵਿੱਚ ਕਿਹਾ, ਹੁਣ ਕੁਝ ਲੈ ਕੇ ਹੀ ਜਾਵਾਂਗਾ। ਜੇ ਮੈਂ ਹੁਣ ਵੀ ਨਾ ਦਿਆਂ ਫਿਰ ਮੈਂ ਖੂਹ ਵਿੱਚ ਛਾਲ ਮਾਰ ਦਿਆਂ। ਜਾ ਮਾਰ ਫਿਰ। 7 ਬਚਨ ਕਹਿ ਕੇ ਬਾਬਾ ਜੀ ਟਿੱਲੇ ਤੋਂ ਹੇਠਾਂ ਉਤਰ ਆਏ ਅਤੇ ਖੂਹ ਵੱਲ ਨੂੰ ਤੁਰ ਪਏ। ਉਸ ਖੂਹ ਵੱਲ ਨੂੰ ਜਿੱਥੋਂ ਡੇਰਾ ਸਾਹਿਬ ਵਿੱਚ ਲੰਗਰ ਲਈ ਪਾਣੀ ਲਿਆਂਦਾ ਜਾਂਦਾ ਸੀ। ਬਾਬਾ ਜੀ ਤੁਰੇ ਜਾਂਦੇ ਦੇਖ ਕੇ ਬਾਬਾ ਜੀ ਪੁੱਚੋ ਵਾਲਿਆਂ ਨੇ ਸੇਵਕ ਨੂੰ ਬਚਨ ਕੀਤਾ, ਬੜਾ ਅੜੀਅਲ ਸਾਧ ਹੈ, ਜਾ ਮੋੜ ਕੇ ਲਿਆ। ਉਸਨੇ ਬਾਬਾ ਨੰਦ ਸਿੰਘ ਨੂੰ ਜਾ ਲਿਆਂਦਾ। ਮੋੜ ਕੇ ਤਾਂ ਪੁੱਚੋ ਵਾਲਿਆਂ ਬਚਨ ਕੀਤਾ, ਹਾਂ ਦੱਸ ਫਿਰ ਕੀ ਚਾਹੁੰਦਾ ਹੈ? ਕੋਈ ਦਾਤ ਬਖਸ਼ੋ ਗਰੀਬ ਨਿਵਾਜ। ਐਡਾ ਕਾਲਾ ਹੈ? ਕਰ ਹੱਥ। ਕਹਿ 3 ਵਾਰ ਮੈਂ ਤੇਰਾ। ਬਾਬਾ ਜੀ ਨੇ ਉਵੇਂ ਕਿਹਾ। ਲੈ ਹੋ ਤਕੜਾ। ਪੁੱਚੋ ਵਾਲਿਆਂ ਪੰਜੇ ਵਿੱਚ ਪੰਜਾ ਪਾ ਕੇ ਧੱਕਾ ਦਿੱਤਾ ਅਤੇ ਕਿਹਾ, ਜਾ ਦੌੜ ਜਾ। ਬਾਬਾ ਜੀ ਝੂਮਦੇ ਹੋਏ ਮਸਤੀ ਵਿੱਚ ਹੀ ਰੂਮੀ ਚਲੇ ਗਏ। ਪਿੱਛੇ ਹੀ ਬਾਬਾ ਜੀ ਪੁੱਚੋ ਵਾਲਿਆਂ ਸੇਵਕ ਭੇਜਿਆ, ਹੁਕਮ ਕੀਤਾ, ਤੂੰ ਬੋਲਣਾ ਨਹੀਂ। ਜਦੋਂ ਸਮਾਧੀ ਖੁੱਲੇ ਉੱਠਣ ਤੂੰ ਇੱਥੇ ਲੈ ਆਉਣਾ। ਜਦੋਂ ਸਮਾਧੀ ਖੁੱਲੀ ਤਾਂ ਸੇਵਕ ਦੇ ਨਾਲ ਬਾਬਾ ਨੰਦ ਸਿੰਘ ਜੀ ਟਿੱਲੇ ਉੱਪਰ ਪਹੁੰਚ ਗਏ। ਪੁੱਚੋ ਵਾਲਿਆਂ ਬਚਨ ਕੀਤਾ, ਬੇਅੰਤ ਤਾਕਤ ਮਿਲ ਗਈ ਹੈ, ਜਿੰਨੀ ਚਾਹੋ ਵਰਤੋਂ ਖਤਮ ਨਹੀਂ ਹੋਵੇਗੀ। ਨਾਲ ਹੀ ਨੀਂਦ ਨੂੰ ਜਿੱਤਣ ਦਾ ਹੁਕਮ ਦਿੱਤਾ। ਕਿਹਾ, ਗੋਰਖ ਨੇ ਨੀਂਦ ਜਿੱਤਣ ਨੂੰ 12 ਸਾਲ ਲਗਾਏ ਸਨ ਤੇ ਫਿਰ ਇੱਕ ਅੰਗ ਮਾਰਿਆ ਗਿਆ ਸੀ। ਤੁਸੀਂ ਰਿਖੀ ਦੀ 1 ਸਾਲ ਵਿੱਚ ਜਿੱਤਣਾ ਹੈ। ਤੁਸੀਂ ਰਿਖੀ ਜੀ 1 ਸਾਲ ਵਿੱਚ ਜਿੱਤਣਾ ਹੈ ਤੇ ਕੋਈ ਅੰਗ ਵੀ ਮਰਨ ਨਹੀਂ ਦੇਣਾ।
ਹਜ਼ੂਰ ਕਿਵੇਂ ਸ਼ੁਰੂ ਕਰਾਂ ਇਹ ਕੰਮ? ਹੁਕਮ ਹੋਇਆ, ਅੱਜ ਹੀ ਸ਼ੁਰੂ ਕਰੋ। ਟਿੱਲੇ ਦੇ ਪਿੱਛੇ ਛੱਪੜ ਦੇ ਕਿਨਾਰੇ ਇੱਕ ਵੱਡਾ ਸਾਰਾ ਪਿੱਪਲ ਦਾ ਦਰਖਤ ਹੈ। ਇਸ ਦੇ ਛੱਪੜ ਵਾਲੇ ਪਾਸੇ ਦੇ ਟਾਹਣੇ ਉੱਪਰ ਬੈਠਣਾ ਹੈ ਰਾਤ ਨੂੰ। ਇਹ ਟਾਹਣਾ ਪਾਣੀ ਦੇ ਉੱਪਰ ਹੋਵੇ। ਜੇ ਨੀਂਦ ਆ ਕੇ ਡਿੱਗ ਵੀ ਪਵੋ ਤਾਂ ਪਾਣੀ ਦੇ ਵਿੱਚ ਡਿੱਗੋ। ਦਿਨ ਚੜ੍ਹਨ ਤੋਂ ਪਹਿਲਾਂ ਰੂਮੀ ਪਹੁੰਚ ਜਾਣਾ ਹੈ ਅਤੇ ਰਹਿਣਾ ਵੀ ਉੱਥੇ ਹੀ ਹੈ। 7 ਬਚਨ ਕਹਿ ਕੇ ਬਾਬਾ ਜੀ ਉੱਠ ਗਏ। ਇਹ ਤਪੱਸਿਆ ਆਰੰਭ ਹੋ ਗਈ। ਦਿਨੇ ਰੂਮੀ ਰਹਿਣਾ ਅਤੇ ਰਾਤ ਨੂੰ ਛੱਪੜ ਉੱਪਰਲੇ ਟਾਹਣੇ 'ਤੇ। ਬਾਬਾ ਭੁੱਚੋ ਵਾਲਿਆਂ ਇੱਕ ਬੁਰਕੀ ਰੋਟੀ ਦੀ ਕਦੇ ਰੁੱਖੀ ਹੀ ਕਦੇ ਦਾਲ ਨਾਲ ਆਪਣੇ ਹੱਥੀਂ ਹੀ ਭੇਜਣੀ। ਇਸ ਤਰ੍ਹਾਂ ਇਹ ਨਿਤਨੇਮ ਬਣ ਗਿਆ। ਨੀਂਦ ਦੇ ਕਾਰਨ ਪਾਣੀ ਵਿੱਚ ਡਿੱਗ ਪੈਣਾ, ਆਵਾਜ਼ ਕਾਰਨ ਲੋਕਾਂ ਨੂੰ ਖਬਰ ਹੋ ਗਈ। ਕਿਸੇ ਨਿਤਨੇਮੀ ਨੇ ਬਾਬਾ ਜੀ ਪਾਸ ਬੇਨਤੀ ਕੀਤੀ, ਪਾਤਸ਼ਾਹ, ਨਿੱਤ ਹੀ ਕਿਸੇ ਦੇ ਛੱਪੜ ਵਿੱਚ ਡਿੱਗਣ ਦੀ ਆਵਾਜ਼ ਆਉਂਦੀ ਹੈ। ਹਜ਼ੂਰ ਨੇ ਬਚਨ ਕੀਤਾ, ਕੋਈ ਰੱਬ ਦਾ ਪਿਆਰਾ ਬੜੀ ਕਰੜੀ ਘਾਲਣਾ ਘਾਲ ਰਿਹਾ ਹੈ, ਨੀਂਦ ਨੂੰ ਜਿੱਤ ਰਿਹਾ ਹੈ, ਪਰ ਉਪਕਾਰ ਕਰਨ ਲਈ ਆਪਾ ਵਾਰ ਰਿਹਾ ਹੈ। ਪਿੱਪਲ ਉੱਪਰ ਬੈਠਦਾ ਹੈ, ਨੀਂਦ ਆਉਣ 'ਤੇ ਪਾਣੀ ਵਿੱਚ ਡਿੱਗ ਪੈਂਦਾ ਹੈ ਅਤੇ ਇੱਧਰ ਬਾਬਾ ਨੰਦ ਸਿੰਘ ਜੀ ਨੂੰ ਹੁਕਮ ਕੀਤਾ ਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ, ਹੁਣ ਤੁਰ ਫਿਰ ਕੇ ਰਾਤ ਕੱਟਣੀ ਹੈ। ਹੁਕਮ ਅਨੁਸਾਰ ਰਾਤ ਤੁਰ ਫਿਰ ਕੇ ਲੰਘਾਉਣ ਲੱਗੇ। ਇੱਕ ਰਾਤ ਨੂੰ ਆਪ ਤੁਰਦੇ ਤੁਰਦੇ ਇੱਕ ਚਰਸਤੇ ਵਿੱਚੋਂ ਲੰਘੇ ਤਾਂ ਦੇਖਿਆ ਕਿ ਕੋਈ ਇਸਤਰੀ ਕਾਲੇ ਕੱਪੜੇ ਪਹਿਨੇ ਹੋਏ ਚਰਸਤੇ ਵਿੱਚ ਰੋਟੀਆਂ ਪਕਾ ਰਹੀ ਸੀ। ਕੋਈ ਪੁਰਸ਼ ਇੱਕ ਪਾਸੇ ਬੈਠਾ ਸੀ। ਬਾਬਾ ਜੀ ਨੇ ਉਸ ਨੂੰ ਭੂਤ ਸਮਝ ਕੇ ਗੁੱਤੋਂ ਫੜ ਲਿਆ ਤੇ 2-4 ਝਟਕੇ ਦਿੱਤੇ ਤੇ ਛੱਡ ਦਿੱਤਾ। ਔਰਤ ਪੁਰਸ਼ ਦੌੜ ਗਏ। ਘਰ ਜਾ ਕੇ ਇਸਤਰੀ ਨੂੰ ਡਰ ਦੇ ਕਾਰਨ ਬੁਖਾਰ ਹੋ ਗਿਆ। ਕੁਝ ਦਿਨ ਬਾਅਦ ਉਹ ਦੋਨੋਂ ਬਾਬਾ ਜੀ ਭੁੱਚੋ ਵਾਲਿਆਂ ਕੋਲੇ ਆਏ ਅਤੇ ਬੇਨਤੀ ਕੀਤੀ, ਮਹਾਰਾਜ, ਕੋਈ ਕਸਰ ਹੋ ਗਈ ਹੈ, ਬੁਖਾਰ ਉਤਰਨ ਦਾ ਨਾਂ ਹੀ ਨਹੀਂ ਲੈ ਰਿਹਾ। ਕਿਵੇਂ ਹੋਈ? ਬਾਬਾ ਜੀ ਨੇ ਪੁੱਛਿਆ। ਉਹਨਾਂ ਸਾਰੀ ਵਿਆਖਿਆ ਸੁਣਾਈ। ਅਸੀਂ ਟੂਣਾ ਕਰ ਰਹੇ ਸੀ ਔਲਾਦ ਖਾਤਰ। ਇੰਨੇ ਨੂੰ ਇੱਕ ਭੂਤ ਆਇਆ ਤੇ ਉਸਨੇ ਮੈਨੂੰ ਗੁੱਤ ਤੋਂ ਫੜ ਲਿਆ, ਪਰ ਮੈਂ ਗੁੱਤ ਛੁਡਾ ਕੇ ਦੌੜ ਗਈ। ਉਸ ਦਿਨ ਤੋਂ ਹੀ ਬੁਖਾਰ ਨਹੀਂ ਉਤਰ ਰਿਹਾ। ਬਾਬਾ ਜੀ ਨੇ ਬਚਨ ਕੀਤਾ, ਉਹ ਭੂਤ ਨਹੀਂ, ਪਹੁੰਚਿਆ ਹੋਇਆ ਸਾਧ ਸੀ। ਤੁਸੀਂ ਟੂਣਾ ਕਰਦੇ ਸੀ ਔਲਾਦ ਲਈ, ਹੁਣ ਤੁਹਾਨੂੰ ਟੂਣਿਆਂ ਟਾਮਣਾ ਦੀ ਲੋੜ ਨਹੀਂ, ਔਲਾਦ ਹੋ ਜਾਵੇਗੀ। ਤੁਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਜੋ ਕੀਤੇ ਹੋਏ। ਅਗਲੇ ਦਿਨ ਹੀ ਬਾਬਾ ਨੰਦ ਸਿੰਘ ਜੀ ਨੂੰ ਹੁਕਮ ਕੀਤਾ, ਜਾਓ ਹੁਣ ਮਾਝੇ ਵੱਲ ਚਲੇ ਜਾਓ, ਇੱਥੇ ਨਹੀਂ ਰਹਿਣਾ। ਜਿੱਥੇ ਜਾਓਗੇ ਨਿਰੰਕਾਰ ਤੁਹਾਡੇ ਲਈ ਸਾਰੇ ਪ੍ਰਬੰਧ ਕਰ ਦੇਵੇਗਾ। ਜਿਨ੍ਹਾਂ ਦਾ ਉਦਾਰ ਤੁਹਾਡੇ ਰਾਹੀਂ ਕਰਨਾ ਹੈ, ਨਿਰੰਕਾਰ ਉਹਨਾਂ ਨੂੰ ਤੁਹਾਡੇ ਕੋਲ ਭੇਜਦਾ ਰਹੇਗਾ। 7 ਬਚਨ ਕਹਿ ਕੇ ਨਮਸਕਾਰ ਕੀਤੀ ਅਤੇ ਬਾਬਾ ਨੰਦ ਸਿੰਘ ਜੀ ਨੇ ਮਾਝੇ ਵੱਲ ਚਾਲੇ ਪਾ ਦਿੱਤੇ। ਬਾਬਾ ਜੀ ਭੁੱਚੋ ਤੋਂ ਚੱਲ ਉਹੀ ਆਸ਼ਕ ਦੀ ਧਰਤੀ ਤੇ ਦੇਊ ਸਿਆਲ ਜਾ ਪਹੁੰਚੇ। ਇੱਕ ਇਤਿਹਾਸਕ ਬੇਰੀ ਦੇ ਹੇਠ ਆਸਣ ਲਗਾ ਲਿਆ। ਦਿਨ ਸਮੇਂ ਸਮਾਧੀ 'ਚ ਰਹਿੰਦੇ ਸਨ ਤੇ ਰਾਤ ਨੂੰ ਸਾਰੀ ਰਾਤ ਛੱਪੜੀ ਦੇ ਪਾਣੀ ਵਿੱਚ ਖੜੇ ਰਹਿੰਦੇ, ਨੀਂਦ ਕਾਬੂ ਕਰਨ ਲਈ। ਇਹ ਤਪੱਸਿਆ ਨਿਰੰਤਰ ਚੱਲ ਰਹੀ ਸੀ। ਇਸੇ ਪਿੰਡ ਦੇ ਹੀ 2 ਵਾਸੀ ਆਪ ਦੇ ਸੰਗੀ ਬਣ ਗਏ। ਪਹਿਲਾਂ ਜੀਵਨ ਸਿੰਘ ਜਰਗਰ ਸਿੰਘ ਆਇਆ ਅਤੇ ਫਿਰ ਭਾਈ ਮਹਿੰਗਾ ਸਿੰਘ ਦੁਕਾਨਦਾਰ। ਸਮਾਂ ਬੀਤਦਾ ਗਿਆ, ਸਿਆਲ ਆ ਗਿਆ। ਹੁਕਮ ਅਨੁਸਾਰ ਸਿਮਰਨ ਨਿਰੰਤਰ ਚੱਲ ਰਿਹਾ ਸੀ। ਰਾਤ ਨੂੰ ਆਪ ਗਲ ਤੱਕ ਪਾਣੀ ਵਿੱਚ ਖੜ ਕੇ ਨੀਂਦ ਨੂੰ ਕਾਬੂ ਕਰਨ ਦਾ ਅਭਿਆਸ ਕਰਿਆ ਕਰਦੇ ਸਨ। ਮਾਘ ਮਹੀਨੇ ਦੀ ਰਾਤ ਸੀ। ਛੱਪੜੀ ਦੀ ਉੱਪਰਲੀ ਸਤ੍ਹਾ ਸਰਦੀ ਕਾਰਨ ਜੰਮ ਗਈ। ਜੀਵਨ ਸਿੰਘ ਜਿਸ ਵੇਲੇ ਸਵੇਰੇ ਪ੍ਰਸ਼ਾਦਾ ਲੈ ਕੇ ਆਇਆ ਤਾਂ ਦੇਖੇ ਆਲੇ ਦੁਆਲੇ ਕੁਝ ਵੀ ਨਹੀਂ। ਪਹਿਲਾਂ ਤਾਂ ਬਾਬਾ ਜੀ ਆਪਣੇ ਆਸਣ ਉੱਪਰ ਬਿਰਾਜ ਜਾਂਦੇ ਸਨ, ਤੜਕੇ ਹੀ, ਮਤਾ ਕਿਸੇ ਨੂੰ ਖਬਰ ਨਾ ਹੋ ਜਾਏ। ਪਰ ਉਸ ਦਿਨ ਠੰਡ ਕਾਰਨ ਸਰੀਰ ਆਕੜ ਗਿਆ। ਜੀਵਨ ਸਿੰਘ ਨੇ ਧਿਆਨ ਨਾਲ ਡਿੱਠਾ ਤਾਂ ਬਾਬਾ ਜੀ ਦਾ ਸੀਸ ਦਿਸਿਆ। ਝੱਟ ਹੀ ਕੱਪੜੇ ਉਤਾਰ ਕੇ ਪਾਣੀ ਵਿੱਚ ਗਿਆ ਤੇ ਬਾਬਾ ਜੀ ਦਾ ਸਰੀਰ ਮੋਢੇ ਉੱਪਰ ਚੱਕ ਕੇ ਲੈ ਆਇਆ। ਬਾਹਰ ਆ ਕੇ ਲੱਕੜਾਂ ਇਕੱਠੀਆਂ ਕਰਕੇ ਅੱਗ ਜਲਾਈ ਅਤੇ ਬਾਬਾ ਜੀ ਦੀ ਸਮਾਧੀ ਖੋਲ੍ਹੀ। ਦਿਨੇ ਨੂੰ ਹੋਰ ਵੀ ਕਈ ਸੰਗੀ ਇਕੱਠੇ ਹੋ ਚੁੱਕੇ ਸਨ। ਬਾਬਾ ਜੀ, ਇਹ ਮਨਹਟ ਗੁਰਮਤਿ ਦੇ ਵਿਰੁੱਧ ਹੈ। ਕਿਸੇ ਸੰਗੀ ਆਪ ਜੀ ਨੂੰ ਮੁਖਾਤਬ ਹੋ ਕਿਹਾ।
ਤੁਸੀਂ ਅੱਜ ਡਿੱਠਾ, ਇੱਥੇ ਤਾਂ ਹਰ ਰੋਜ਼ ਹੀ ਇਹ ਕੁਝ ਹੁੰਦਾ ਹੈ। ਕਦੇ ਦਾਸ ਨੇ ਹੱਠ ਤਾਂ ਨਹੀਂ ਕੀਤਾ, ਬਸ ਐਸੀ ਲੱਗਦੀ ਹੈ ਗੁਰੂ ਚਰਨਾਂ ਵਿੱਚ ਲੱਗੀ ਹੀ ਰਹਿ ਜਾਂਦੀ ਹੈ। ਪ੍ਰੀਤਮ ਸਿਆਂ, ਬਾਬਾ ਜੀ ਦੀ ਸੇਵਾ ਕਰਨ ਵਾਲੇ ਜਿਨ੍ਹਾਂ ਸੰਗੀਆਂ ਦਾ ਮੈਂ ਜ਼ਿਕਰ ਕੀਤਾ ਸੀ, ਉਹਨਾਂ 'ਚੋਂ ਕੁਝ ਹੁਣ ਤੱਕ ਬਾਬਾ ਜੀ ਦੇ ਸੰਪਰਕ ਵਿੱਚ ਆ ਗਏ ਸਨ, ਕੁਝ ਬਾਅਦ ਵਿੱਚ ਆਏ। ਕਵੀ ਨੇ ਕੁਝ ਪਲ ਖਾਮੋਸ਼ ਰਹਿਣ ਤੋਂ ਬਾਅਦ ਕਿਹਾ, ਇਸ ਵਾਰ ਬਾਬਾ ਜੀ ਭੁੱਚੋ ਆਉਣ ਤੋਂ ਬਾਅਦ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਵਿਚਰਦੇ ਰਹੇ। ਦੂਸਰੀ ਵਾਰ ਦਰਸ਼ਨਾਂ ਨੂੰ ਆਉਣ 'ਤੇ ਮਹਾਂਪੁਰਖਾਂ ਨੇ ਇੱਕ ਹੋਰ ਸੰਪਟ ਪਾਠ ਕਰਨ ਦਾ ਹੁਕਮ ਦਿੱਤਾ। ਸੰਤ ਆ ਗਏ, ਕਿੱਥੇ ਹਨ? ਕੁਟੀਆ ਵਿੱਚ। ਸਾਰੇ ਪਿੰਡ ਵਿੱਚ ਬਾਬਾ ਜੀ ਦੇ ਆਉਣ ਦੀ ਖਬਰ ਫੈਲ ਗਈ। ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਭਾਈ ਕਾਹਨ ਸਿੰਘ ਚੌਧਰੀ, ਹਜੂਰੀ ਰਾਮ, ਭਾਈ ਲਾਲ ਸਿੰਘ ਠਠਿਆਰ ਆਦਿ ਸੇਵਾ ਵਿੱਚ ਆ ਹਾਜ਼ਰ ਹੋਏ। ਇਹਨਾਂ ਵਿੱਚ ਪ੍ਰੇਮ ਸਿੰਘ ਅਤੇ ਸਰਦਾਰ ਸੁਲੱਖਣ ਸਿੰਘ ਵੀ ਸਨ। ਪ੍ਰੇਮ ਸਿੰਘ ਨੇ ਹੀ ਪਿਛਲੀ ਵਾਰ ਬਾਬਾ ਜੀ ਨੂੰ ਕੁਟੀਆ ਵਿੱਚ ਭੇਜਿਆ ਸੀ ਅਤੇ ਇਸ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ। ਆਉਂਦਾ ਹੀ ਚਰਨਾਂ 'ਤੇ ਡਿੱਗ ਪਿਆ ਅਤੇ ਭੁੱਲ ਵਾਸਤੇ ਖਿਮਾ ਮੰਗਣ ਲੱਗਾ। ਗਰਮੀ ਨਾ ਛੱਡੇ ਅੱਗ, ਰਹਿੰਦੀ ਹਿਮ ਸੀਤ, ਕਿਰਪਾਲੂ ਸਦਾ ਹੁੰਦੇ ਨੇ ਵਾਹਿਗੁਰੂ ਕੇ ਮੀਤ। ਅੱਗ ਗਰਮੀ ਨਹੀਂ ਛੱਡ ਸਕਦੀ, ਗਰਮੀ ਉਸ ਦਾ ਸੁਭਾਅ ਹੈ। ਜੇ ਅੱਗ ਗਰਮ ਨਹੀਂ ਤਾਂ ਉਹ ਅੱਗ ਹੀ ਨਹੀਂ। ਬਰਫ਼ ਜਿੰਨਾ ਚਿਰ ਬਰਫ਼ ਹੈ ਠੰਡੀ ਹੈ, ਜੇ ਉਸ ਨੂੰ ਗਰਮ ਕੀਤਾ ਜਾਵੇ ਪਾਣੀ ਬਣ ਜਾਵੇਗੀ, ਪਰ ਜਿੰਨਾ ਚਿਰ ਉਸ ਦੀ ਹਸਤੀ ਕਾਇਮ ਹੈ ਉਹ ਠੰਡੀ ਹੀ ਰਹੇਗੀ। ਇਸੇ ਤਰ੍ਹਾਂ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ ਉਹ ਦਇਆ ਖਿਮਾ ਦੇ ਗੁਣਾਂ ਦੇ ਧਾਰਨੀ ਹੁੰਦੇ ਹਨ। ਬਾਬਾ ਜੀ ਨੇ ਪ੍ਰੇਮ ਸਿੰਘ ਨੂੰ ਚਰਨਾਂ ਤੋਂ ਉਠਾਇਆ ਅਤੇ ਕਿਹਾ, ਭਾਈ ਦਾਸ ਨੂੰ ਤਾਂ ਕੋਈ ਨਾਰਾਜ਼ਗੀ ਨਹੀਂ, ਦਾਸ ਕੋਈ ਸੰਤ ਮਹਾਂਪੁਰਖ ਨਹੀਂ, ਅਜੇ ਤਾਂ ਪੂਰਾ ਸਿੱਖ ਵੀ ਨਹੀਂ ਬਣਿਆ, ਪੜ੍ਹਾਈ ਕਰ ਰਿਹਾ ਹੈ, ਪਰ ਅੱਗੇ ਵਾਸਤੇ ਖਿਆਲ ਰੱਖਣਾ ਕਿ ਜੇ ਸੱਚੀ ਕੋਈ ਮਹਾਂਪੁਰਖ ਆ ਜਾਣ ਤੇ ਅਜਿਹੀ ਭੁੱਲ ਨਹੀਂ ਕਰਨੀ। ਬਾਬਾ ਜੀ ਦੀ ਨਿਮਰਤਾ ਦੇਖ ਸਾਰਿਆਂ ਦੇ ਸਿਰ ਝੁਕ ਗਏ। ਸਰਦਾਰ ਸੁਲੱਖਣ ਸਿੰਘ ਪਿੰਡ ਦਾ ਜ਼ਿਮੀਂਦਾਰ ਸੀ ਅਤੇ ਸਰਕਾਰ ਵੱਲੋਂ ਨੰਬਰਦਾਰੀ ਵੀ ਮਿਲੀ ਹੋਈ ਸੀ। ਊਨੇ ਵਾਲੇ ਬੇਦੀ ਸਾਹਿਬਜ਼ਾਦੇ, ਅੰਮ੍ਰਿਤਸਰ ਵਾਲੇ ਨਿਰਮਲੇ ਸੰਤ ਆਨੰਦ ਸਿੰਘ ਜੀ, ਮੁਲਤਾਨ ਵਾਲੇ ਸੰਤ ਦੇਵਾ ਸਿੰਘ ਆਦਿ ਮਹਾਂਪੁਰਖਾਂ ਦੀ ਸੰਗਤ ਕਰਦਾ ਹੁੰਦਾ ਸੀ। ਸ਼ਾਇਦ ਇਸ ਸੰਗਤ ਦਾ ਹੀ ਫਲ ਸੀ ਕਿ ਅੱਜ ਬਾਬਾ ਜੀ ਦੇ ਹਜ਼ੂਰ ਪਹੁੰਚਿਆ ਸੀ, ਕਿਉਂਕਿ ਬਿਨਾਂ ਭਾਗਾਂ ਤੋਂ ਅਜਿਹਾ ਸਮਾਂ ਨਹੀਂ ਮਿਲਦਾ। ਸੰਗਤ ਨੇ ਸੇਵਾ ਦੀ ਬੇਨਤੀ ਕੀਤੀ। ਬਾਬਾ ਜੀ ਨੇ ਕੁਟੀਆ ਹੇਠਾਂ ਭੋਰਾ ਪੁੱਟਣ ਦਾ ਹੁਕਮ ਦਿੱਤਾ। ਭੋਰਾ ਪੁੱਟ ਦਿੱਤਾ ਗਿਆ। ਗਰਮੀ ਦਾ ਮੌਸਮ ਹੋਣ ਕਾਰਨ ਧਰਮ ਸਿੰਘ ਨੂੰ ਪੱਖੇ ਦੀ ਅਤੇ ਲੋੜ ਅਨੁਸਾਰ ਹੋਰ ਸੇਵਾ ਕਰਨ ਲਈ ਤਨਖਾਹ ਉੱਤੇ ਰੱਖ ਲਿਆ। ਤਨਖਾਹ ਦੀ ਸੇਵਾ ਸਰਦਾਰ ਸੁਲੱਖਣ ਸਿੰਘ ਨੇ ਲਈ। ਉਸ ਨੇ ਧਰਮ ਸਿੰਘ ਨੂੰ ਕਹਿ ਦਿੱਤਾ, ਜਿਸ ਕਿਸੇ ਵੀ ਚੀਜ਼ ਦੀ ਲੋੜ ਹੋਵੇ ਘਰੋਂ ਲੈ ਆਵੇ। ਬਾਬਾ ਜੀ ਨੂੰ ਉੱਥੇ ਕੁਝ ਹੀ ਦਿਨ ਹੋਏ ਕਿ ਕੁਝ ਸਾਧ ਉੱਥੇ ਆ ਗਏ। ਕੁਟੀਆ ਸਾਧੂ ਸੰਤਾਂ ਦੇ ਰਹਿਣ ਵਾਸਤੇ ਹੀ ਬਣਾਈ ਗਈ ਸੀ, ਇਸ ਕਰਕੇ ਉਹ ਵੀ ਉੱਥੇ ਹੀ ਠਹਿਰੇ। ਸਾਧਾਂ ਦਾ ਬਾਣਾ ਬਣਾ ਲੈਣਾ ਸੌਖਾ ਹੈ, ਪਰ ਮਨ ਨੂੰ ਸਾਧਨਾ ਬਹੁਤ ਔਖਾ ਹੈ। ਇਹ ਬਾਬਾ ਜੀ ਪ੍ਰਤੀ ਈਰਖਾਲੂ ਹੋ ਗਏ। ਇਹਨਾਂ ਦੇ ਆ ਜਾਣ ਨਾਲ ਬਾਬਾ ਜੀ ਦਾ ਮਨ ਵੀ ਉਚਾਟ ਹੋ ਗਿਆ। ਆਪ ਜੀ ਇੱਕ ਦਿਨ ਇੱਥੋਂ ਉੱਠ ਕੇ ਤੁਰ ਪਏ ਅਤੇ ਹੌਲੀ ਹੌਲੀ ਤੁਰਦੇ ਹੋਏ ਉੱਥੋਂ ਥੋੜ੍ਹੀ ਦੂਰ ਹੰਬੋਵਾਲ ਨਾਂ ਦਾ ਖੂਹ ਸੀ। ਆਪ ਜੀ ਇੱਥੇ ਬੈਠ ਕੇ ਸਿਮਰਨ ਵਿੱਚ ਜੁੜ ਗਏ। ਜਦ ਸੰਗਤ ਨੇ ਦੇਖਿਆ ਕਿ ਬਾਬਾ ਜੀ ਕੁਟੀਆ ਵਿੱਚ ਨਹੀਂ ਹਨ ਤਾਂ ਬੜੇ ਹੈਰਾਨ ਹੋਏ ਅਤੇ ਡਰੇ ਵੀ, ਮਤੇ ਫਿਰ ਕੋਈ ਭੁੱਲ ਨਾ ਹੋ ਗਈ ਹੋਵੇ ਜੋ ਬਾਬਾ ਜੀ ਇੱਥੋਂ ਚਲੇ ਗਏ ਨੇ। ਜਿਸ ਕੋਲੋਂ ਇੱਕ ਵਾਰ ਭੁੱਲ ਹੋ ਗਈ ਹੋਵੇ ਅਤੇ ਸਜ਼ਾ ਵੀ ਮਿਲ ਚੁੱਕੀ ਹੋਵੇ, ਉਹ ਅੱਗੇ ਵਾਸਤੇ ਸਾਵਧਾਨ ਹੋ ਜਾਂਦਾ ਹੈ। ਇਹਨਾਂ ਨੇ ਬਾਬਾ ਜੀ ਦੀ ਭਾਲ ਕੀਤੀ। ਲੱਭਦੇ ਲੱਭਦੇ ਇਸ ਖੂਹ ਕੋਲ ਪਹੁੰਚੇ। ਥੋੜ੍ਹੇ ਚਿਰ ਵਿੱਚ ਹੀ ਗੱਲ ਸਾਰੇ ਪਹੁੰਚ ਗਈ ਕਿ ਬਾਬਾ ਜੀ ਨੇ ਖੂਹ ਕੋਲ ਆਸਣ ਲਾਇਆ ਹੈ। ਸੰਗਤ ਇਕੱਠੀ ਹੋ ਗਈ। ਥੋੜ੍ਹੇ ਚਿਰ ਬਾਅਦ ਬਾਬਾ ਜੀ ਨੇ ਨੇਤਰ ਖੋਲ੍ਹੇ। ਬਾਬਾ ਜੀ, ਕੀ ਭੁੱਲ ਹੋ ਗਈ ਸੀ ਜੋ ਤੁਸੀਂ ਉੱਥੋਂ ਆ ਗਏ ਹੋ? ਸੰਗਤ ਨੇ ਬੇਨਤੀ ਕੀਤੀ। ਉੱਥੇ ਰਹਿਣ ਨਾਲ ਭਾਈ ਉਹਨਾਂ ਸੰਤਾਂ ਨੂੰ ਖੇਚਲ ਹੁੰਦੀ ਸੀ। ਆਪ ਜੀ ਨੇ ਬਚਨ ਕੀਤਾ, ਜੀ ਸੇਵਾ ਬਖਸ਼ੋ। ਸੰਗਤ ਸਮਝ ਗਈ ਸੀ ਕਿ ਉਹਨਾਂ ਸਾਧੂਆਂ ਦੇ ਆਉਣ ਨਾਲ ਬਾਬਾ ਜੀ ਨੂੰ ਇਕਾਂਤ ਨਹੀਂ ਮਿਲਦਾ ਹੋਣਾ।
ਪੰਜਾਂ ਚੋਰਾਂ ਨੂੰ ਵੱਸ ਵਿੱਚ ਕਰ ਲੈਣ ਵਾਲਿਆਂ ਲਈ ਨਿਰੰਕਾਰ ਲਈ ਜੁੜਨ ਲਈ ਇਕਾਂਤ ਦੀ ਲੋੜ ਨਹੀਂ ਹੁੰਦੀ, ਪਰ ਉਹਨਾਂ ਨੂੰ ਇੱਕ ਮਿਕਤਾ ਦੀ ਅਵਸਥਾ ਵਿੱਚ ਦੇਖ ਕੇ ਜਾਂ ਤਾਂ ਦੇਖਣ ਵਾਲਾ ਸ਼ੰਕਾ ਕਰਦਾ ਹੈ ਅਤੇ ਜਾਂ ਮਾਨਤਾ ਕਰਨ ਲੱਗ ਜਾਂਦਾ ਹੈ, ਜਦ ਕਿ ਮਹਾਂਪੁਰਖ ਨਾ ਤਾਂ ਮਾਨਤਾ ਕਰਾਉਣਾ ਚਾਹੁੰਦੇ ਹਨ ਅਤੇ ਨਾ ਹੀ ਕਿਸੇ ਨੂੰ ਸ਼ੰਕੇ ਵਿੱਚ ਪਾ ਕੇ ਨਿੰਦਕ ਬਣਾਉਣਾ ਚਾਹੁੰਦੇ ਹਨ। ਕੁਝ ਕਰਮਾਂ ਦੀ ਵੀ ਗੱਲ ਹੁੰਦੀ ਹੈ, ਸ਼ਾਇਦ ਉਹਨਾਂ ਸਾਧੂਆਂ ਦੇ ਭਾਗਾਂ ਵਿੱਚ ਹਜ਼ੂਰ ਦੀ ਸੰਗਤ ਨਹੀਂ ਸੀ। ਸੇਵਾ ਉਹਨਾਂ ਸੰਤਾਂ ਦੀ ਕਰੋ, ਸੇਵਾ ਸੰਤ ਪੁਰਖਾਂ ਕੀ ਕਰੀਦੀ ਹੈ। ਬਾਬਾ ਜੀ ਆਪਣੇ ਆਪ ਨੂੰ ਬਿਲਕੁਲ ਨਹੀਂ ਜਤਾਉਂਦੇ ਸਨ। ਬਾਬਾ ਜੀ ਜ਼ਰੂਰ ਕਿਰਪਾ ਕਰੋ, ਸੇਵਾ ਬਖਸ਼ੋ, ਸੰਗਤ ਉਹਨਾਂ ਦੀ ਵੀ ਸੇਵਾ ਕਰੇਗੀ। ਇੱਕ ਪ੍ਰੇਮੀ ਬੋਲਿਆ, ਚੰਗਾ ਭਾਈ, ਤੁਹਾਡੀ ਮਰਜ਼ੀ। ਇੱਥੇ ਇੱਕ ਟੋਆ ਪੁੱਟ ਕੇ ਕੱਖਾਂ ਦੀ ਛੰਨ ਖੜੀ ਕਰ ਦੇਵੋ। ਬਾਬਾ ਜੀ ਨੇ ਉਹਨਾਂ ਦਾ ਪ੍ਰੇਮ ਦੇਖ ਕੇ ਮਨਜ਼ੂਰੀ ਦੇ ਦਿੱਤੀ। ਥੋੜ੍ਹੇ ਚਿਰ ਵਿੱਚ ਹੀ ਸੰਗਤ ਨੇ ਹੁਕਮ ਅਨੁਸਾਰ ਥਾਂ ਤਿਆਰ ਕਰ ਦਿੱਤਾ। ਹੁਣ ਬਾਬਾ ਜੀ ਬਹੁਤਾ ਚਿਰ ਇੱਥੇ ਸਮਾਧੀ ਸਥਿਤ ਬੈਠੇ ਰਹਿੰਦੇ। ਆਹਾਰ ਬਹੁਤ ਹੀ ਘੱਟ ਕਰਦੇ ਸਨ। ਅਲੂਣੇ ਆਲੂਆਂ ਨਾਲ ਬਹੁਤ ਥੋੜ੍ਹੇ ਆਟੇ ਦਾ ਫੁਲਕਾ, ਕਦੇ ਕਦੇ ਸੀਸ 'ਤੇ ਮੱਖਣੀ ਵੀ ਰੱਖਿਆ ਕਰਦੇ ਸਨ। ਬਾਬਾ ਜੀ ਨੂੰ ਬਾਗੇ ਆਇਆ ਮਹੀਨਾ ਹੋਣ ਵਾਲਾ ਸੀ। ਆਪ ਜੀ ਨੇ ਅਨੁਭਵ ਕੀਤਾ ਕਿ ਧਰਮ ਸਿੰਘ ਸੇਵਾ ਨਿਭਾਉਣ ਦੇ ਯੋਗ ਨਹੀਂ ਹੈ। ਸੇਵਾ ਉਹ ਹੀ ਨਿਭਾ ਸਕਦਾ ਹੈ ਜਿਸ ਦੇ ਦਿਲ ਵਿੱਚ ਪ੍ਰੇਮ ਹੋਵੇ। ਤਨਖਾਹ ਦੇ ਕੇ ਸੇਵਾ ਕਰਨ ਲਾਇਆ ਬੰਦਾ ਸੇਵਾਦਾਰ ਨਹੀਂ, ਨੌਕਰ ਹੋ ਜਾਂਦਾ ਹੈ ਅਤੇ ਆਪਣੇ ਵੱਲੋਂ ਤਨਖਾਹ ਅਤੇ ਸੇਵਾ ਦੀ ਤੁਲਨਾ ਕਰਦਾ ਰਹਿੰਦਾ ਹੈ। ਬਹੁਤਾ ਚਿਰ ਸੇਵਾ ਕਰਨੀ ਪਵੇ ਤਾਂ ਅਕੇਵਾਂ ਮਹਿਸੂਸ ਕਰਦਾ ਹੈ। ਨਿਰੰਕਾਰ ਦੀ ਯਾਦ ਵਿੱਚ ਜੁੜੇ ਰਹਿਣ ਵਾਲੇ, ਸਵਾਸ ਸਿਮਰਨ ਵਾਲੇ ਮਹਾਂਪੁਰਖਾਂ ਨੂੰ ਸੇਵਾ ਦੀ ਲੋੜ ਹੀ ਨਹੀਂ। ਉਹ ਤਾਂ ਨਿਰੰਕਾਰ ਤੋਂ ਵਿਛੋੜੇ ਲੋਕਾਂ 'ਤੇ ਕਿਰਪਾ ਕਰਕੇ ਉਹਨਾਂ ਦੇ ਪੁੰਨ ਵਧਾਉਂਦੇ ਹਨ, ਪਰ ਜੇ ਕੋਈ ਮੌਕਾ ਨਾ ਸਾਂਭ ਸਕੇ ਤੇ ਉਸ ਦੀ ਮਰਜ਼ੀ ਹੈ। ਸੰਗਤ ਮਿਲ ਜਾਣੀ ਕਰਮਾਂ ਦੀ ਗੱਲ ਹੈ, ਪਰ ਜੀਵਨ ਬਣਾਉਣਾ ਅਤੇ ਹੁਕਮ ਅਨੁਸਾਰ ਚੱਲਣਾ ਔਖਾ ਹੈ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸੇਵਾਦਾਰਾਂ ਵਿੱਚੋਂ ਇੱਕ ਬਹੁਤ ਆਲਸੀ ਸੀ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਥੋੜ੍ਹੀ ਬਹੁਤੀ ਸੇਵਾ ਕਰ ਲਿਆ ਕਰਦਾ ਅਤੇ ਅੱਗੋਂ ਪਿੱਛੋਂ ਪਿਆ ਰਹਿੰਦਾ। ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ ਕਿ ਜੇ ਉਹ ਸਿੱਖ ਬਹੁਤ ਆਲਸੀ ਹੈ ਤੇ ਪਿਆ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ, ਅੱਛਾ, ਸੱਦੋ ਉਸ ਨੂੰ। ਗੁਰੂ ਸਾਹਿਬ ਤੋਂ ਕੀ ਲੁਕਿਆ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਹਰ ਕਾਰਜ ਲਈ ਆਪ ਹੀ ਵਿਧ ਬਣਾ ਲੈਂਦੇ ਹਨ। ਸੋ ਸੇਵਾਦਾਰਾਂ ਨੂੰ ਪ੍ਰੇਰ ਕੇ ਉਸ ਸਿੱਖ ਦੀ ਸ਼ਿਕਾਇਤ ਕਰਾਈ ਅਤੇ ਫਿਰ ਪ੍ਰਤੱਖ ਤੌਰ 'ਤੇ ਉਸ ਨੂੰ ਹਾਜ਼ਰ ਕਰਨ ਦਾ ਹੁਕਮ ਦਿੱਤਾ। ਹੁਕਮ ਮੰਨ ਕੇ ਸਿੱਖ ਉਸ ਨੂੰ ਲੈ ਆਏ। ਕਿਉਂ ਭਾਈ, ਤੂੰ ਵਿਹਲਾ ਪਿਆ ਰਹਿੰਦਾ? ਗੁਰੂ ਸਾਹਿਬ ਦੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਹ ਸਿਰ ਨੀਵਾਂ ਕਰਕੇ ਚੁੱਪ ਕੀਤਾ ਖੜਾ ਰਿਹਾ। ਦੱਸ ਵੀ, ਚੰਗਾ ਫਿਰ ਜਾ, ਤੂੰ ਆਪਣੇ ਘਰ ਚਲਿਆ ਜਾ। ਗੁਰੂ ਸਾਹਿਬ ਨੇ ਉਸ ਨੂੰ 20 ਰਸ ਵਿੱਚ ਆ ਕੇ ਕਿਹਾ, ਜੀ ਅੱਗੇ ਤੋਂ ਜੋ ਹੁਕਮ ਹੋਵੇਗਾ ਮੰਨਿਆ ਕਰਾਂਗਾ। ਉਸ ਨੇ ਹੱਥ ਜੋੜਦਿਆਂ ਕਿਹਾ, ਭਾਵੇਂ ਉਸ ਦੇ ਮਨ ਵਿੱਚ ਸਿੱਖੀ ਦਾ ਬੀਜ ਸੀ, ਪਰ ਅਜੇ ਇੰਨੀ ਸਮਝ ਨਹੀਂ ਸੀ ਕਿ ਮੌਕਾ ਸਾਂਭ ਲਵੇ ਅਤੇ ਚਰਨੀ ਡਿੱਗ ਕੇ ਮਿਹਰ ਮੰਗ ਲਵੇ। ਗੁਰੂ ਸਾਹਿਬ ਨੇ ਇਸ ਦੇ ਮਨ ਦੀ ਪੱਟੀ ਵਾਚ ਕੇ ਪੁੱਛਿਆ, ਜੋ ਹੁਕਮ ਹੋਵੇ ਮੰਨੇਗਾ? ਬੋਲਿਆ, ਜੀ ਮੰਨਾਂਗਾ। ਉਸ ਕਿਹਾ, ਚੰਗਾ ਫਿਰ ਇਉਂ ਕਰ। ਗੁਰੂ ਸਾਹਿਬ ਨੇ ਉਸ ਨੂੰ ਕੁਝ ਮਾਇਆ ਦਿੰਦਿਆਂ ਕਿਹਾ, ਆ ਲੈ, ਜਾ ਕੇ ਲੱਕੜਾਂ ਲੈ ਕੇ ਚਿਖਾ ਚਿਣ ਲੈ। ਉਸ ਵਿੱਚ ਅੱਗ ਲਾ ਕੇ ਵਿੱਚ ਛਾਲ ਮਾਰ ਦੇਵੀਂ। 7 ਵਚਨ ਆਖ ਕੇ ਉਸਨੇ ਡਰਦੇ ਡਰਦੇ ਨੇ ਮਾਇਆ ਫੜ ਲਈ ਤੇ ਚਲਿਆ ਗਿਆ। ਰਾਹ ਵਿੱਚ ਸੱਚਿਓਂ ਸੋਚੇ ਕਿ ਅੱਗੇ ਵੀ ਗੁਰੂ ਸਾਹਿਬ ਸਿੱਖਾਂ ਨੂੰ ਅਜਿਹੀ ਕੋਈ ਗੱਲ ਕਹਿ ਕੇ ਪ੍ਰੀਖਿਆ ਲੈਂਦੇ ਹਨ ਤੇ ਪਿੱਛੋਂ ਸੇਵਾਦਾਰ ਭੇਜ ਕੇ ਸੱਦ ਲੈਂਦੇ ਹਨ। ਨਾਲ ਪਿੱਛੇ ਦੇਖੇ ਕਿ ਹੁਣ ਵੀ ਕੋਈ ਸੇਵਾਦਾਰ ਆਇਆ, ਹੁਣ ਵੀ ਆਇਆ ਵਾਪਸ ਜਾਣ ਲਈ ਕਹਿਣ ਨੂੰ, ਪਰ ਉਸ ਦੇ ਚੋਜ ਕੌਣ ਜਾਣ ਸਕਦਾ ਹੈ। ਉਹ ਆਪ ਹੀ ਜੀਵ ਉੱਤੇ ਮਾਇਆ ਪਾ ਦਿੰਦਾ ਹੈ ਅਤੇ ਫਿਰ ਆਪ ਇਸ ਚੋਜ ਨੂੰ ਦੇਖਦਾ ਹੈ। ਇੱਕ ਸੁੰਨੇ ਜੇ ਥਾਂ ਉੱਤੇ ਚਿਖਾ ਚਿਣ ਲਈ ਤੇ ਅੱਗ ਲਾ ਦਿੱਤੀ, ਪਰ ਬਲਦੀ ਅੱਗ ਵਿੱਚ ਛਾਲ ਮਾਰਨੀ ਕੋਈ ਸੌਖੀ ਗੱਲ ਨਹੀਂ। ਮਨ ਕਹੇ ਕਿ ਘਰ ਹੀ ਵਾਪਸ ਜਾਇਆ ਜਾਵੇ, ਪਰ ਵਿੱਚੋਂ ਇੱਕ ਮੱਧਮ ਜਿਹੀ ਆਵਾਜ਼ ਗੁਰੂ ਦਾ ਹੁਕਮ ਮੰਨਣ ਨੂੰ ਕਹਿੰਦੀ।
ਉਹ ਇੰਨਾ ਸੋਚਾਂ 'ਚ ਹੀ ਸੀ ਕਿ ਇੱਕ ਚੋਰ ਉੱਧਰ ਆ ਨਿਕਲਿਆ। ਉਹ ਰਾਜੇ ਦੇ ਮਹਿਲ 'ਚੋਂ ਚੋਰੀ ਕਰਕੇ ਆਇਆ ਸੀ ਤੇ ਉਹਦੇ ਪਿੱਛੇ ਸਿਪਾਹੀ ਲੱਗੇ ਸਨ। ਲੁਕਣ ਦੀ ਥਾਂ ਲੱਭਦਾ ਭਾਲਦਾ ਉਹ ਉੱਧਰ ਆ ਨਿਕਲਿਆ। ਸਿੱਖ ਨੂੰ ਅੱਗ ਕੋਲ ਖੜਾ ਦੇਖ ਕੇ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਸ਼ਾਇਦ ਇਹਦੇ ਰਾਹੀਂ ਸਿਪਾਹੀਆਂ ਤੋਂ ਬਚਿਆ ਜਾ ਸਕੇ। ਉਸਨੇ ਸਿੱਖ ਤੋਂ ਉੱਥੇ ਖੜੇ ਹੋਣ ਦਾ ਕਾਰਨ ਪੁੱਛਿਆ। ਕਾਰਨ ਪਤਾ ਲੱਗਣ ਤੇ ਚੋਰ ਨੇ ਸੋਚਿਆ ਕਿ ਸਾਰੀ ਉਮਰ ਚੋਰੀ ਵਿੱਚ ਗੁਜ਼ਾਰ ਦਿੱਤੀ ਹੈ, ਅੱਜ ਮੌਕਾ ਬਣਿਆ ਹੈ ਭੁੱਲਾਂ ਸੁਧਾਰਨ ਦਾ। ਗੁਰੂ ਕੇ ਸਿੱਖਾਂ ਨੂੰ ਇਸ ਤਰ੍ਹਾਂ ਕਰ, ਗੁਰੂ ਦਾ ਬਚਨ ਮੈਨੂੰ ਮੁੱਲ ਦੇ ਦੇ ਤੇ ਆਹ ਸਾਰੀ ਮਾਇਆ ਲੈ ਲਾ। ਚੋਰ ਨੇ ਚੋਰੀ ਦਾ ਮਾਲ ਉਸਨੂੰ ਦਿਖਾ ਕੇ ਕਿਹਾ। ਉਸ ਦੀ ਗੱਲ ਸੁਣ ਕੇ ਸਿੱਖ ਮੰਨ ਗਿਆ ਅਤੇ ਆਪਣੀ ਸਿੱਖੀ ਮੁੱਲ ਦੇ ਦਿੱਤੀ। ਉਹ ਝੂਠਾ ਧਨ ਲੈ ਕੇ ਖੁਸ਼ ਹੋ ਰਿਹਾ ਸੀ। ਉਸਦੇ ਚਿੱਤ ਚੇਤੇ ਨਹੀਂ ਸੀ ਕਿ ਕਿੱਡੀ ਵੱਡੀ ਭੁੱਲ ਕਰ ਰਿਹਾ ਹੈ। ਜਿਸ ਮਾਇਆ ਨੂੰ ਪ੍ਰਾਪਤ ਕਰਕੇ ਉਹ ਖੁਸ਼ ਹੋ ਰਿਹਾ ਹੈ, ਉਹ ਉਸ ਬਾਰੇ ਸਾਹਿਬ ਫਰਮਾਉਂਦੇ ਹਨ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ, ਨਾਨਕ ਸਈ ਉਬਰੇ ਜੇ ਸੱਚ ਰਹੇ ਲਿਵਲਾਏ। ਜਿਸ ਤੇ ਗੁਰੂ ਦੀ ਕਿਰਪਾ ਹੋਵੇ ਉਹੀ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ। ਚੋਰ ਜੋ ਹੁਣ ਸਿੱਖ ਸੀ ਨੇ ਝੱਟ ਅੱਗ ਵਿੱਚ ਛਾਲ ਮਾਰ ਦਿੱਤੀ ਅਤੇ 5 ਭੂਤਕ ਸਰੀਰ ਤਿਆਗ ਕੇ ਨਿਰੰਕਾਰ ਦੇ ਚਰਨਾਂ ਵਿੱਚ ਆ ਪਹੁੰਚਿਆ। ਇੱਧਰ ਸਿੱਖ ਜੋ ਹੁਣ ਗੁਰੂ ਦਾ ਚੋਰ ਸੀ, ਚੋਰੀ ਦਾ ਸਮਾਨ ਲੈ ਕੇ ਆਪਣੇ ਘਰ ਜਾਣ ਲਈ ਤੁਰਦਾ ਹੋਇਆ ਥੋੜ੍ਹੀ ਦੂਰ ਹੀ ਪਹੁੰਚਿਆ ਸੀ ਕਿ ਰਾਜੇ ਦੇ ਸਿਪਾਹੀਆਂ ਨੇ ਉਸ ਨੂੰ ਫੜ ਲਿਆ ਤੇ ਰਾਜੇ ਦੇ ਸਾਹਮਣੇ ਪੇਸ਼ ਕੀਤਾ। ਚੋਰੀ ਦਾ ਸਮਾਨ ਉਸ ਕੋਲੋਂ ਮਿਲਣ ਕਾਰਨ ਉਸ ਦੀਆਂ ਗੱਲਾਂ ਵੱਲ ਕਿਸੇ ਧਿਆਨ ਨਾ ਦਿੱਤਾ ਅਤੇ ਰਾਜੇ ਵੱਲੋਂ ਸੂਲੀ ਚਾੜ੍ਹ ਦੇਣ ਦੀ ਸਜ਼ਾ ਦੇ ਦਿੱਤੀ ਗਈ। ਸਿੱਖ ਭਾਵੇਂ ਗੁਰੂ ਤੋਂ ਬੇਮੁਖ ਹੋ ਜਾਵੇ, ਪਰ ਗੁਰੂ ਹਮੇਸ਼ਾ ਬਾਂਹ ਫੜੀ ਦੀ ਲਾਜ ਰੱਖਦਾ ਹੈ। ਸਿੱਖ ਛੱਡ ਜੇ ਭਾਵੇਂ ਸਿਦਕ ਗੁਰ ਬਿਰਦ ਨਾ ਛੋੜਦਾ, 5 ਵਿਕਾਰ ਦੇ ਫਸੇ ਹੋਏ ਨੂੰ ਗੁਰ ਆਪੇ ਮੋੜਦਾ। ਆਪਣੇ ਬਿਰਜ ਅਨੁਸਾਰ ਗੁਰੂ ਸਾਹਿਬ ਨੇ ਬੇਮੁਖ ਹੋ ਜਾਣ 'ਤੇ ਵੀ ਉਸ ਉੱਤੇ ਮਿਹਰ ਕੀਤੀ। ਬਹੁਤ ਵੱਡੀ ਸਾਖੀ ਹੈ। ਲਿਖਣ ਤੋਂ ਭਾਵ ਇਹ ਹੈ ਕਿ ਗੁਰੂ ਜਾਂ ਗੁਰੂ ਦੇ ਵਰਸਾਏ ਪੂਰਨ ਮਹਾਂਪੁਰਖਾਂ ਦੀ ਸੇਵਾ ਪ੍ਰੇਮ ਅਤੇ ਸ਼ਰਧਾ ਭਾਵਨਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਤਰ੍ਹਾਂ ਧਰਮ ਸਿੰਘ ਤਨਖਾਹ 'ਤੇ ਸੇਵਾ ਕਰਦਾ ਸੀ ਅਤੇ ਸੇਵਾ ਭਾਵ ਪੱਖੋਂ ਕੋਰਾ ਸੀ। ਇਸ ਲਈ ਬਾਬਾ ਜੀ ਨੇ ਇਸ ਨੂੰ ਹਟਾ ਦਿੱਤਾ। ਇਸ ਦੇ ਥਾਂ ਉੱਤਮ ਚੰਦ ਨਾਰੰਗ ਨੇ ਹਜ਼ੂਰੀ ਸੇਵਾ ਸੰਭਾਲ ਲਈ। ਉੱਤਮ ਚੰਦ ਦੀ ਰੁਚੀ ਛੋਟੇ ਹੁੰਦੇ ਤੋਂ ਹੀ ਪਰਮਾਰਥ ਵੱਲ ਸੀ। ਪਹਿਲਾਂ ਇਹ ਅੰਮ੍ਰਿਤਸਰ ਵਾਲੇ ਸੰਤ ਆਨੰਦ ਸਿੰਘ ਦੀ ਸੇਵਾ ਵਿੱਚ ਰਹੇ ਸਨ। ਹੁੱਕੇ ਪੀਣ ਵਾਲੇ ਭਰਾਵਾਂ ਵਿੱਚੋਂ ਇੱਕ ਇਹੀ ਇਸ ਕੋਹੜ ਤੋਂ ਬਚਿਆ ਹੋਇਆ ਸੀ ਅਤੇ ਕੇਸਧਾਰੀ ਸੀ। ਸ਼ਾਇਦ ਅੰਮ੍ਰਿਤਸਰ ਵਾਲੇ ਮਹਾਂਪੁਰਖਾਂ ਦੀ ਸੇਵਾ ਸਦਕਾ ਹੀ ਇਸ ਨੂੰ ਇਹ ਸਮਾਂ ਪ੍ਰਾਪਤ ਹੋਇਆ ਸੀ, ਜਿਸ ਦਾ ਇਸ ਨੇ ਲਾਭ ਪ੍ਰਾਪਤ ਕੀਤਾ ਅਤੇ ਤਨੋ ਮਨੋ ਸੇਵਾ ਕੀਤੀ। ਇੱਥੇ 2.5 ਕੁ ਮਹੀਨਿਆਂ ਦਾ ਸਮਾਂ ਦੇ ਕੇ ਆਪ ਜੀ ਨਿਰੰਕਾਰ ਦੀ ਪ੍ਰੇਰਨਾ ਅਨੁਸਾਰ ਇੱਥੋਂ ਤੁਰ ਪਏ, ਕਿਉਂਕਿ ਕਲਯੁਗ ਦੇ ਪ੍ਰਭਾਵ ਅਧੀਨ ਧਰਮ ਭੁੱਲ ਰਹੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਉਹਨਾਂ ਦੀ ਹੋਰੀ ਥਾਈਂ ਵੀ ਲੋੜ ਸੀ। ਇਸ ਤੋਂ ਅਗਲਾ ਭਾਗ ਦੀ ਜੀਵਨੀ ਇਸ ਤੋਂ ਅਗਲੇ ਭਾਗ ਦੇ ਵਿੱਚ ਪੜ੍ਹਾਂਗੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਔਰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ।